बस्ती च रहन वाले आम व्यक्ति ने शुरू किया सी HDFC। आज मार्केट कैप है 14.6 लाख करोड़। HDFC बनिया देश का चौथा सब तो वड्डा बैंक। सत श्री अकाल, स्टार कैनेडा टीवी देख रहे हो तुसी। HDFC एक बैंक जो हुण देश का सब तो वड्डा प्राइवेट बैंक बन गया। 1994 ਦੇ ਵਿੱਚ ਇਹ ਪਹਿਲਾ ਬੈਂਕ ਸੀ ਜਿਸ ਨੂੰ RBI ਦੇ ਦੁਆਰਾ ਇੱਕ ਪ੍ਰਾਈਵੇਟ ਬੈਂਕ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਬੈਂਕ ਦੀ ਸ਼ੁਰੂਆਤ HDFC ਯਾਨੀ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਵਜੋਂ ਕੀਤੀ ਗਈ ਸੀ। ਹੁਣ ਇਹ ਬੈਂਕ ਮਾਰਕੀਟ ਪੂੰਜੀਕਰਨ ਅਤੇ ਗਾਹਕਾਂ ਦੀ ਸੰਖਿਆ ਦੋਵਾਂ ਦੇ ਵਿੱਚ ਇਸ ਸਮੇਂ ਪਹਿਲੇ ਨੰਬਰ ਤੇ ਹੈ। मार्केट कैप 14.6 लाख करोड़ रुपए का हो गया। दस दिए कि इस दे नाल ही कुल 12 करोड़ लोग इस दे गाहक ने। HDFC बैंक हुण रिलायंस इंडस्ट्रीज तो बाद देश ਦੀ ਦੂਜੀ ਸਭ ਤੋਂ ਉੱਚੀ ਕੀਮਤ ਵਾਲੀ ਫਰਮ ਬਣ ਗਈ ਹੈ। ਇਸ ਨਾਲ ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। ਇਹ ਸਭ ਰਲੇਵੇ ਕਾਰਨ ਹੋਇਆ ਹੈ। ਦੱਸਦੇ ਕਿ ਅਸਲ ਦੇ ਵਿੱਚ 1 ਜੁਲਾਈ 2023 ਨੂੰ HDFC ਬੈਂਕ ਅਤੇ HDFC ਲਿਮਟਿਡ ਦਾ ਰਲੇਵਾ ਹੋਇਆ। ਇਸ ਨੂੰ ਲੈ ਕੇ ਹੁਣ ਹਰ ਪਾਸੇ ਬੈਂਕ ਦੀ ਚਰਚਾ ਹੋ ਰਹੀ ਹੈ। ਅੱਜ ਤੁਹਾਨੂੰ ਦੱਸਾਂਗੇ HDFC ਬੈਂਕ ਦੇ ਇੱਕ ਸਾਮਰਾਜ ਬਣਨ ਦੀ ਪੂਰੀ ਕਹਾਣੀ। HDFC ਬੈਂਕ ਦੀ ਕਹਾਣੀ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਤੋਂ ਸ਼ੁਰੂ ਹੁੰਦੀ ਹੈ। ਇਸ ਦੀ ਸ਼ੁਰੂਆਤ ਹਸਮੁਖ ਪਾਰੇਖ ਨੇ ਕੀਤੀ ਸੀ। ਉਹਨਾਂ ਦਾ ਜਨਮ 1911 ਦੇ ਵਿੱਚ ਇੱਕ ਗਰੀਬ ਜੈਨ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦਾ ਬਚਪਨ ਆਪਣੇ ਪਿਤਾ ਨਾਲ ਸੂਰਤ ਦੀ ਇੱਕ ਚੌਲ ਦੇ ਵਿੱਚ ਬੀਤਿਆ, ਪਰ ਸਖਤ ਮਿਹਨਤ ਦੇ ਬਲ ਤੇ ਉਹਨਾਂ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੀ ਫੈਲੋਸ਼ਿਪ ਮਿਲੀ। ਲੰਡਨ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ ਅਤੇ ਸੈਂਟ ਜ਼ੇਵੀਅਰ ਕਾਲਜ ਮੁੰਬਈ ਦੇ ਵਿੱਚ ਦਾਖਲਾ ਲੈ ਲਿਆ। 1956 ਦੇ ਵਿੱਚ ਉਹ ICICI ਬੈਂਕ ਦੇ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਵਜੋਂ ਸ਼ਾਮਿਲ ਹੋਏ। ਫਿਰ ਚੇਅਰਮੈਨ ਬਣੇ ਅਤੇ 1972 ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚੇ। 1970 ਤੱਕ ਹਸਮੁਖ ਪਾਰੇਖ ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕਰਾਂ ਦੇ ਵਿੱਚ ਗਿਣਿਆ ਜਾਂਦਾ ਸੀ। 1976 ਦੇ ਵਿੱਚ ਬੈਂਕ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਬੋਰਡ ਦੇ ਚੇਅਰਮੈਨ ਬਣੇ। ਹਸਮੁਖ ਪਾਰੇਖ ਨੂੰ ਲੋਕਾਂ ਵਿੱਚ ਰਹਿਣਾ ਬਹੁਤ ਪਸੰਦ ਸੀ। ਇੱਥੇ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਭਾਰਤ ਦੇ ਵਿੱਚ ਲੋਕਾਂ ਲਈ ਘਰ ਬਣਾਉਣਾ ਕਿੰਨੀ ਵੱਡੀ ਚੁਣੌਤੀ ਹੈ। ਇਸ ਸਮੱਸਿਆ ਦੇ ਹੱਲ ਲਈ ਉਹਨਾਂ ਨੇ ICICI ਬੈਂਕ ਤੋਂ ਸੇਵਾ ਮੁਕਤੀ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। 66 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਯਾਨੀ HDFC ਇਹ ਦੇਸ਼ ਦੀ ਪਹਿਲੀ ਹਾਊਸਿੰਗ ਫਾਈਨਾਂਸ ਕੰਪਨੀ ਸੀ। ਇਹ ਪਹਿਲੀ ਕੰਪਨੀ ਸੀ ਜਿਸ ਨੇ ਭਾਰਤ ਦੇ ਲੋਕਾਂ ਨੂੰ ਹੋਮ ਲੋਨ ਦੀ ਸਹੂਲਤ ਪ੍ਰਦਾਨ ਕੀਤੀ। 1990 ਦੇ ਦਹਾਕੇ ਦੇ ਵਿੱਚ ਉਹਨਾਂ ਦਾ ਭਤੀਜਾ ਦੀਪਕ ਪਾਰੇਖ ਮੈਨਹਟਨ ਬੈਂਕ ਅਰਬੀਆ ਦੇ ਇੰਚਾਰਜ ਦੇ ਵਿੱਚ ਸ਼ਾਮਿਲ ਹੋਣ ਵਾਲਾ ਸੀ। ਫਿਰ ਹਸਮੁਖ ਪਾਰੇਖ ਨੇ ਉਸ ਨੂੰ ਬੁਲਾਇਆ ਅਤੇ ਕੁਝ ਅਜਿਹਾ ਕਿਹਾ ਕਿ ਦੀਪਕ ਨੇ ਮੈਨਹਟਨ ਬੈਂਕ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਹ ਭਾਰਤ ਆ ਗਿਆ। 1978 ਦੇ ਵਿੱਚ ਦੀਪਕ ਪਾਰੇਖ ਭਾਰਤ ਆਏ ਅਤੇ HDFC ਦੇ ਵਿੱਚ ਜਨਰਲ ਮੈਨੇਜਰ ਵਜੋਂ ਸ਼ਾਮਿਲ ਹੋਏ। ਇਹ ਉਹ ਸਮਾਂ ਸੀ ਜਦੋਂ ਦੇਸ਼ ਦੇ ਵਿੱਚ ਹੋਮ ਲੋਨ ਲੈਣਾ ਮਾੜਾ ਮੰਨਿਆ ਜਾਂਦਾ ਸੀ। ਅਜਿਹੇ ਸਮੇਂ 'ਚ ਹਸਮੁਖ ਪਾਰੇਖ ਅਤੇ ਦੀਪਕ ਪਾਰੇਖ ਨੂੰ ਖੁਦ ਹੋਮ ਲੋਨ ਲਈ ਗਾਹਕ ਲੱਭਣੇ ਪਏ, ਪਰ HDFC ਨੇ ਆਸਾਨ ਪ੍ਰਕਿਰਿਆ ਅਤੇ ਸਸਤੇ ਰੇਟਾਂ ਨਾਲ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ। 1990 ਤੋਂ ਦੇਸ਼ ਦੀ ਆਰਥਿਕਤਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਦੇਸ਼ ਤੋਂ ਐਕਸਪੋਰਟ ਬਹੁਤ ਘਟ ਗਈ ਸੀ, ਪਰ ਇਸ ਦੇ ਉਲਟ ਇੰਪੋਰਟ ਵਧ ਰਹੀ ਸੀ। ਇਸ ਇੰਪੋਰਟ ਦਾ ਭੁਗਤਾਨ ਕਰਨ ਲਈ ਸਰਕਾਰ ਦਾ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਅਤੇ ਆਰਥਿਕ ਸੁਧਾਰ ਲਾਗੂ ਕੀਤੇ। ਇਹ ਸੁਧਾਰ ਆਰਥਿਕਤਾ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣਾ ਸੀ, ਭਾਵ ਪ੍ਰਾਈਵੇਟ ਕੰਪਨੀਆਂ ਕਿਸੇ ਵੀ ਖੇਤਰ ਦੇ ਵਿੱਚ ਕਾਰੋਬਾਰ ਕਰ ਸਕਦੀਆਂ ਸਨ। ਇਹਨਾਂ ਵਿੱਚੋਂ ਇੱਕ ਬੈਂਕਿੰਗ ਖੇਤਰ ਵੀ ਸੀ। ਇਸ ਤੋਂ ਤੁਰੰਤ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਅਜਿਹੇ ਪ੍ਰਾਈਵੇਟ ਬੈਂਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਲਾਇਸੈਂਸ ਦਿੱਤਾ ਜਾ ਸਕਦਾ ਹੈ। ਇਸ ਕਾਰਨ ਬੈਂਕਿੰਗ ਖੇਤਰ ਦੇ ਵਿੱਚ ਸਿਹਤਮੰਦ ਮੁਕਾਬਲਾ ਬਣਾਈ ਰੱਖਣਾ ਵੀ ਸੀ। ਦੂਜੇ ਪਾਸੇ ਉਸ ਸਮੇਂ HDFC ਹਾਊਸਿੰਗ ਫਾਈਨਾਂਸ ਦੇ ਚੇਅਰਮੈਨ ਦੀਪਕ ਪਾਰੇਖ ਨੇ ਇੱਕ ਬੈਂਕ ਖੋਲ੍ਹਣਾ ਚਾਹਿਆ। ਇਸ ਦੇ ਲਈ ਉਹਨਾਂ ਨੇ ਸਾਲਾਂ ਦੇ ਤਜਰਬੇ ਵਾਲੇ ਤਜਰਬੇਕਾਰ ਬੈਂਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦਾ ਪਹਿਲਾ ਨਿਸ਼ਾਨਾ ਆਦਿਤਿਆ ਪੁਰੀ ਸੀ, ਜੋ ਸਿੰਗਾਪੁਰ ਦੇ ਵਿੱਚ ਸਿਟੀ ਬੈਂਕ ਦੇ CEO ਸਨ।
ਆਦਿਤਿਆ ਪੁਰੀ ਆਪਣੀ ਉੱਚ ਆਮਦਨੀ ਵਾਲੀ ਨੌਕਰੀ ਅਤੇ ਲਗਜ਼ਰੀ ਜੀਵਨ ਸ਼ੈਲੀ ਛੱਡ ਕੇ ਮੁੰਬਈ ਚਲੇ ਗਏ। ਦੀਪਕ ਪਾਰੇਖ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਇਹ ਨੌਕਰੀ ਨਵੀਆਂ ਚੁਣੌਤੀਆਂ ਨਾਲ ਭਰਪੂਰ ਹੋਵੇਗੀ। ਇੱਥੋਂ ਆਦਿਤਿਆ ਪੁਰੀ ਨੇ ਆਪਣੀ ਟੀਮ ਲਈ ਦੇਸ਼ ਦੇ ਚੋਟੀ ਦੇ ਬੈਂਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਅੰਤ ਵਿੱਚ 1994 ਦੇ ਵਿੱਚ ਬੈਂਕ ਦੀ ਸ਼ੁਰੂਆਤ HDFC ਹਾਊਸਿੰਗ ਫਾਈਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ 100 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਕੀਤੀ ਗਈ ਸੀ। ਹੁਣ ਬੈਂਕ ਦੇ ਦਰਸ਼ਨ ਨੂੰ ਜ਼ਮੀਨ ਤੇ ਰੱਖਣ ਦੀ ਵਾਰੀ ਸੀ। ਇਸ ਦੇ ਲਈ ਸਿਟੀ ਬੈਂਕ ਤੋਂ ਅਸਤੀਫਾ ਦੇਣ ਤੋਂ ਬਾਅਦ 2 ਮਹੀਨੇ ਤੱਕ ਆਦਿਤਿਆ ਪੁਰੀ ਨੇ ਬੈਂਕ ਦੀ ਸ਼ੁਰੂਆਤ ਰਣਨੀਤੀ ਘੜੀ। ਸਾਲ ਦਰ ਸਾਲ ਬੈਂਕ ਬਾਜ਼ਾਰ ਖੋਜ ਨਾਲ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਦਾ ਰਿਹਾ। ਇਸੇ ਨੂੰ HDFC ਬੈਂਕ ਦੀ ਸਫਲਤਾ ਦਾ ਰਾਜ਼ ਵੀ ਕਿਹਾ ਜਾਂਦਾ ਹੈ। HDFC ਬੈਂਕ ਦੀ ਕਹਾਣੀ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਤੋਂ ਸ਼ੁਰੂ ਹੁੰਦੀ ਹੈ। ਇਸ ਦੀ ਸ਼ੁਰੂਆਤ ਹਸਮੁਖ ਪਾਰੇਖ ਨੇ ਕੀਤੀ ਸੀ। ਉਹਨਾਂ ਦਾ ਜਨਮ 1911 ਦੇ ਵਿੱਚ ਇੱਕ ਗਰੀਬ ਜੈਨ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦਾ ਬਚਪਨ ਆਪਣੇ ਪਿਤਾ ਨਾਲ ਸੂਰਤ ਦੀ ਇੱਕ ਚੌਲ ਦੇ ਵਿੱਚ ਬੀਤਿਆ, ਪਰ ਸਖਤ ਮਿਹਨਤ ਦੇ ਬਲ ਤੇ ਉਹਨਾਂ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੀ ਫੈਲੋਸ਼ਿਪ ਮਿਲੀ। ਲੰਡਨ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ ਅਤੇ ਸੈਂਟ ਜ਼ੇਵੀਅਰ ਕਾਲਜ ਮੁੰਬਈ ਦੇ ਵਿੱਚ ਦਾਖਲਾ ਲੈ ਲਿਆ। 1956 ਦੇ ਵਿੱਚ ਉਹ ICICI ਬੈਂਕ ਦੇ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਵਜੋਂ ਸ਼ਾਮਿਲ ਹੋਏ। ਫਿਰ ਚੇਅਰਮੈਨ ਬਣੇ ਅਤੇ 1972 ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚੇ। 1970 ਤੱਕ ਹਸਮੁਖ ਪਾਰੇਖ ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕਰਾਂ ਦੇ ਵਿੱਚ ਗਿਣਿਆ ਜਾਂਦਾ ਸੀ। 1976 ਦੇ ਵਿੱਚ ਬੈਂਕ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਬੋਰਡ ਦੇ ਚੇਅਰਮੈਨ ਬਣੇ। ਹਸਮੁਖ ਪਾਰੇਖ ਨੂੰ ਲੋਕਾਂ ਵਿੱਚ ਰਹਿਣਾ ਬਹੁਤ ਪਸੰਦ ਸੀ। ਇੱਥੇ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਭਾਰਤ ਦੇ ਵਿੱਚ ਲੋਕਾਂ ਲਈ ਘਰ ਬਣਾਉਣਾ ਕਿੰਨੀ ਵੱਡੀ ਚੁਣੌਤੀ ਹੈ। ਇਸ ਸਮੱਸਿਆ ਦੇ ਹੱਲ ਲਈ ਉਹਨਾਂ ਨੇ ICICI ਬੈਂਕ ਤੋਂ ਸੇਵਾ ਮੁਕਤੀ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। 66 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਯਾਨੀ HDFC ਇਹ ਦੇਸ਼ ਦੀ ਪਹਿਲੀ ਹਾਊਸਿੰਗ ਫਾਈਨਾਂਸ ਕੰਪਨੀ ਸੀ। ਇਹ ਪਹਿਲੀ ਕੰਪਨੀ ਸੀ ਜਿਸ ਨੇ ਭਾਰਤ ਦੇ ਲੋਕਾਂ ਨੂੰ ਹੋਮ ਲੋਨ ਦੀ ਸਹੂਲਤ ਪ੍ਰਦਾਨ ਕੀਤੀ। 1990 ਦੇ ਦਹਾਕੇ ਦੇ ਵਿੱਚ ਉਹਨਾਂ ਦਾ ਭਤੀਜਾ ਦੀਪਕ ਪਾਰੇਖ ਮੈਨਹਟਨ ਬੈਂਕ ਅਰਬੀਆ ਦੇ ਇੰਚਾਰਜ ਦੇ ਵਿੱਚ ਸ਼ਾਮਿਲ ਹੋਣ ਵਾਲਾ ਸੀ। ਫਿਰ ਹਸਮੁਖ ਪਾਰੇਖ ਨੇ ਉਸ ਨੂੰ ਬੁਲਾਇਆ ਅਤੇ ਕੁਝ ਅਜਿਹਾ ਕਿਹਾ ਕਿ ਦੀਪਕ ਨੇ ਮੈਨਹਟਨ ਬੈਂਕ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਹ ਭਾਰਤ ਆ ਗਿਆ। 1978 ਦੇ ਵਿੱਚ ਦੀਪਕ ਪਾਰੇਖ ਭਾਰਤ ਆਏ ਅਤੇ HDFC ਦੇ ਵਿੱਚ ਜਨਰਲ ਮੈਨੇਜਰ ਵਜੋਂ ਸ਼ਾਮਿਲ ਹੋਏ। ਇਹ ਉਹ ਸਮਾਂ ਸੀ ਜਦੋਂ ਦੇਸ਼ ਦੇ ਵਿੱਚ ਹੋਮ ਲੋਨ ਲੈਣਾ ਮਾੜਾ ਮੰਨਿਆ ਜਾਂਦਾ ਸੀ। ਅਜਿਹੇ ਸਮੇਂ 'ਚ ਹਸਮੁਖ ਪਾਰੇਖ ਅਤੇ ਦੀਪਕ ਪਾਰੇਖ ਨੂੰ ਖੁਦ ਹੋਮ ਲੋਨ ਲਈ ਗਾਹਕ ਲੱਭਣੇ ਪਏ, ਪਰ HDFC ਨੇ ਆਸਾਨ ਪ੍ਰਕਿਰਿਆ ਅਤੇ ਸਸਤੇ ਰੇਟਾਂ ਨਾਲ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ। 1990 ਤੋਂ ਦੇਸ਼ ਦੀ ਆਰਥਿਕਤਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਦੇਸ਼ ਤੋਂ ਐਕਸਪੋਰਟ ਬਹੁਤ ਘਟ ਗਈ ਸੀ, ਪਰ ਇਸ ਦੇ ਉਲਟ ਇੰਪੋਰਟ ਵਧ ਰਹੀ ਸੀ। ਇਸ ਇੰਪੋਰਟ ਦਾ ਭੁਗਤਾਨ ਕਰਨ ਲਈ ਸਰਕਾਰ ਦਾ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਅਤੇ ਆਰਥਿਕ ਸੁਧਾਰ ਲਾਗੂ ਕੀਤੇ। ਇਹ ਸੁਧਾਰ ਆਰਥਿਕਤਾ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣਾ ਸੀ, ਭਾਵ ਪ੍ਰਾਈਵੇਟ ਕੰਪਨੀਆਂ ਕਿਸੇ ਵੀ ਖੇਤਰ ਦੇ ਵਿੱਚ ਕਾਰੋਬਾਰ ਕਰ ਸਕਦੀਆਂ ਸਨ। ਇਹਨਾਂ ਵਿੱਚੋਂ ਇੱਕ ਬੈਂਕਿੰਗ ਖੇਤਰ ਵੀ ਸੀ। ਇਸ ਤੋਂ ਤੁਰੰਤ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਅਜਿਹੇ ਪ੍ਰਾਈਵੇਟ ਬੈਂਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਲਾਇਸੈਂਸ ਦਿੱਤਾ ਜਾ ਸਕਦਾ ਹੈ। ਇਸ ਕਾਰਨ ਬੈਂਕਿੰਗ ਖੇਤਰ ਦੇ ਵਿੱਚ ਸਿਹਤਮੰਦ ਮੁਕਾਬਲਾ ਬਣਾਈ ਰੱਖਣਾ ਵੀ ਸੀ। ਦੂਜੇ ਪਾਸੇ ਉਸ ਸਮੇਂ HDFC ਹਾਊਸਿੰਗ ਫਾਈਨਾਂਸ ਦੇ ਚੇਅਰਮੈਨ ਦੀਪਕ ਪਾਰੇਖ ਨੇ ਇੱਕ ਬੈਂਕ ਖੋਲ੍ਹਣਾ ਚਾਹਿਆ। ਇਸ ਦੇ ਲਈ ਉਹਨਾਂ ਨੇ ਸਾਲਾਂ ਦੇ ਤਜਰਬੇ ਵਾਲੇ ਤਜਰਬੇਕਾਰ ਬੈਂਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦਾ ਪਹਿਲਾ ਨਿਸ਼ਾਨਾ ਆਦਿਤਿਆ ਪੁਰੀ ਸੀ, ਜੋ ਸਿੰਗਾਪੁਰ ਦੇ ਵਿੱਚ ਸਿਟੀ ਬੈਂਕ ਦੇ CEO ਸਨ। ਆਦਿਤਿਆ ਪੁਰੀ ਆਪਣੀ ਉੱਚ ਆਮਦਨੀ ਵਾਲੀ ਨੌਕਰੀ ਅਤੇ ਲਗਜ਼ਰੀ ਜੀਵਨ ਸ਼ੈਲੀ ਛੱਡ ਕੇ ਮੁੰਬਈ ਚਲੇ ਗਏ। ਦੀਪਕ ਪਾਰੇਖ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਇਹ ਨੌਕਰੀ ਨਵੀਆਂ ਚੁਣੌਤੀਆਂ ਨਾਲ ਭਰਪੂਰ ਹੋਵੇਗੀ। ਇੱਥੋਂ ਆਦਿਤਿਆ ਪੁਰੀ ਨੇ ਆਪਣੀ ਟੀਮ ਲਈ ਦੇਸ਼ ਦੇ ਚੋਟੀ ਦੇ ਬੈਂਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਅੰਤ ਵਿੱਚ 1994 ਦੇ ਵਿੱਚ ਬੈਂਕ ਦੀ ਸ਼ੁਰੂਆਤ HDFC ਹਾਊਸਿੰਗ ਫਾਈਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ ਤੋਂ 100 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਕੀਤੀ ਗਈ ਸੀ। ਹੁਣ ਬੈਂਕ ਦੇ ਦਰਸ਼ਨ ਨੂੰ ਜ਼ਮੀਨ ਤੇ ਰੱਖਣ ਦੀ ਵਾਰੀ ਸੀ।
ਇਸ ਦੇ ਲਈ ਸਿਟੀ ਬੈਂਕ ਤੋਂ ਅਸਤੀਫਾ ਦੇਣ ਤੋਂ ਬਾਅਦ 2 ਮਹੀਨੇ ਤੱਕ ਆਦਿਤਿਆ ਪੁਰੀ ਨੇ ਬੈਂਕ ਦੀ ਸ਼ੁਰੂਆਤ ਰਣਨੀਤੀ ਘੜੀ। ਸਾਲ ਦਰ ਸਾਲ ਬੈਂਕ ਬਾਜ਼ਾਰ ਖੋਜ ਨਾਲ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਦਾ ਰਿਹਾ। ਇਸੇ ਨੂੰ HDFC ਬੈਂਕ ਦੀ ਸਫਲਤਾ ਦਾ ਰਾਜ਼ ਵੀ ਕਿਹਾ ਜਾਂਦਾ ਹੈ। ਬਿਊਰੋ ਰਿਪੋਰਟ, ਸਟਾਰ ਕੈਨੇਡਾ TV।